ਸਤਿ ਸ੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ। ਮਗਧ ਸਾਮਰਾਜ ਦਾ ਉਦੈ ਅਤੇ ਅਲੈਗਜ਼ੈਂਡਰ ਜਾਂ ਸਿਕੰਦਰ ਦਾ ਹਮਲਾ। ਅਸੀਂ ਪੜ੍ਹਿਆ ਸੀ ਪਿਛਲੇ ਚੈਪਟਰ ਵਿੱਚ ਕਿ ਈਸਾ ਤੋਂ 600 ਸਾਲ ਪਹਿਲਾਂ ਉੱਤਰ ਭਾਰਤ ਵਿੱਚ ਛੋਟੇ-ਛੋਟੇ ਇਸ ਤਰ੍ਹਾਂ ਦੇ ਰਾਜ ਸੀ। ਫਿਰ ਡਿਊ ਕੋਰਸ ਆਫ ਟਾਈਮ ਨਾ ਉਹ ਰਾਜ ਜੁੜ ਕੇ ਉਹਨਾਂ ਨੇ ਇੱਕ ਵੱਡਾ ਸਾਮਰਾਜ ਮਗਧ ਦਾ ਨਿਰਮਾਣ ਕੀਤਾ। ਉਹਨਾਂ ਬਾਰੇ ਅਸੀਂ ਪੜ੍ਹਾਂਗੇ ਥੋੜੀ ਹਿਸਟਰੀ। ਹੁਣ ਦੇਖੋ ਜੀ, 6ਵੀਂ ਸਦੀ ਈਸਾ ਪੂਰਵ, ਥੋੜਾ ਅੱਖਰ ਵੱਡੇ ਕਰ ਲਈਏ। 6ਵੀਂ ਸਦੀ ਈਸਾ ਪੂਰਵ, ਇਸ ਦੇ ਸ਼ੁਰੂ ਵਿੱਚ ਉੱਤਰੀ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਆਜ਼ਾਦ ਰਾਜ ਸਨ। ਛੋਟੇ-ਛੋਟੇ ਇੰਡੀਪੈਂਡੈਂਟ ਸਟੇਟ ਸਨ। ਠੀਕ ਹੈ ਜੀ। ਉਹਨਾਂ ਵਿੱਚੋਂ ਕੁਝ ਦੀ ਸਰਕਾਰ ਰਾਜਸ਼ਾਹੀ ਰੂਪ ਵਿੱਚ ਸੀ। ਰਾਜਸ਼ਾਹੀ ਮਤਲਬ ਮੋਨਾਰਕੀ, ਇੱਕ ਰਾਜ ਆਇਆ ਉੱਥੇ। ਜਦੋਂ ਕਿ ਕੁਝ ਗਣਰਾਜ ਸਨ। ਗਣਰਾਜ ਮੀਨ ਗਰੁੱਪ ਆਫ ਪੀਪਲ, ਕੁਝ ਲੋਕ ਮਿਲ ਕੇ ਰਾਜ ਕਰਦੇ ਸਨ। ਗਰੁੱਪ ਆਫ ਪੀਪਲ ਉਸ ਏਰੀਏ ਦੇ ਕੀ ਆ, ਉਹ ਰੂਲ ਕਰਦੇ ਸੀ। ਇੱਕ ਰਾਜਾ ਨਹੀਂ ਸੀ, ਚਾਰ ਪੰਜ ਨੁਮਾਇੰਦੇ ਮਿਲ ਕੇ ਸਰਕਾਰ ਚਲਾਉਂਦੇ ਸੀ ਕਹਿ ਲਓ, ਜਾਂ ਉਹ ਗਰੁੱਪ ਵਿੱਚ ਰੂਲ ਕਰਦੇ ਸੀ। ਉਹ ਇੱਕ ਰਾਜਾ ਨਹੀਂ ਸੀ। ਗੰਗਾ ਦੇ ਮੈਦਾਨ ਵਿੱਚ ਰਾਜਸ਼ਾਹੀਆਂ ਜ਼ਿਆਦਾ ਸਨ। ਗੰਗਾ ਦੇ ਮੈਦਾਨ ਵਿੱਚ ਕੀ ਆ, ਮੋਨਾਰਕੀ ਜ਼ਿਆਦਾ ਸੀ, ਜਦਕਿ ਗਣਰਾਜ ਹਿਮਾਲਿਆ ਦੀਆਂ ਪਹਾੜੀਆਂ ਅਤੇ ਉੱਤਰ ਪੱਛਮੀ ਭਾਰਤ ਵਿੱਚ ਖਿੰਡੇ ਹੋਏ ਸਨ। ਉੱਤਰ ਪੱਛਮੀ, ਨਾਰਥ ਵੈਸਟ ਇੰਡੀਆ, ਆਹ ਹੀ ਆਪਣਾ ਪੰਜਾਬ ਸਾਈਡ, ਅੱਜ ਦਾ ਪਾਕਿਸਤਾਨ, ਤੇ ਹਿਮਾਲਿਆ ਦੀਆਂ ਪਹਾੜੀਆਂ ਦੇ ਲਾਗੇ ਗਣਰਾਜ ਜ਼ਿਆਦਾ ਸੀ। ਗੰਗਾ ਦੇ ਮੈਦਾਨ ਵਿੱਚ ਕੀ ਸੀ, ਰਾਜਸ਼ਾਹੀਆਂ ਜ਼ਿਆਦਾ। ਠੀਕ ਹੈ ਜੀ। ਕੁਝ ਗਣਰਾਜਾਂ ਵਿੱਚ ਸਿਰਫ ਇੱਕ ਗੋਤ ਸੀ। ਇੱਕ ਗੋਤ ਦੇ ਹੀ ਲੋਕ ਰਹਿੰਦੇ ਸੀ ਜ਼ਿਆਦਾ, ਉਹਨਾਂ ਦਾ ਹੀ ਰਾਜਾ ਹੁੰਦਾ ਸੀ, ਜਿਵੇਂ ਕਿ ਸ਼ਾਕਿਆ, ਲਿਛਵੀ ਅਤੇ ਮੱਲਾ। ਠੀਕ, ਇਸ ਤਰ੍ਹਾਂ ਦੇ ਕੀ ਸੀ, ਗੋਤ ਦੇ ਲੋਕ ਰਹਿੰਦੇ ਸੀ। ਗਣਰਾਜਾਂ ਵਿੱਚ ਰਾਜ ਦੇ ਸਾਰੇ ਮਾਮਲਿਆਂ ਵਿੱਚ ਫੈਸਲੇ ਲੈਣ ਦੀ ਸ਼ਕਤੀ ਪਬਲਿਕ ਅਸੈਂਬਲੀ ਦੇ ਕੋਲ ਹੁੰਦੀ ਸੀ। ਜਨਤਾ ਦੀ ਅਸੈਂਬਲੀ ਹੁੰਦੀ ਸੀ, ਮੀਟਿੰਗ ਹੁੰਦੀ ਸੀ, ਤੇ ਉਹਨਾਂ ਦੇ ਨੁਮਾਇੰਦੇ ਮਿਲ ਕੇ ਡਿਸੀਜਨ ਲੈਂਦੇ ਸੀ, ਫੈਸਲੇ ਕਰਦੇ ਸੀ। ਜੋ ਕਬਾਇਲੀ ਨੁਮਾਇੰਦਿਆਂ ਜਾਂ ਪਰਿਵਾਰਾਂ ਦੇ ਮੁਖੀਆਂ ਤੋਂ ਬਣੀ ਹੁੰਦੀ ਸੀ। ਡਿਫਰੈਂਟ ਜਿਹੜੇ ਫੈਮਲੀਜ਼ ਆ, ਉਹਨਾਂ ਦਾ ਇੱਕ ਨੁਮਾਇੰਦਾ, ਜਾਂ ਅਲੱਗ-ਅਲੱਗ ਕਬੀਲੇ ਜੋ ਉੱਥੇ ਰਹਿੰਦੇ ਆ, ਉਹਨਾਂ ਦੇ ਨੁਮਾਇੰਦੇ, ਇਹ ਮਿਲ ਕੇ ਕੀ ਆ, ਅਸੈਂਬਲੀ ਬਣਾਉਂਦੇ ਸੀ। ਸਾਰੇ ਫੈਸਲੇ ਬਹੁਮਤ ਨਾਲ ਹੁੰਦੇ ਸੀ, ਮੈਜੋਰਟੀ ਨਾਲ ਡਿਸੀਜਨਸ ਲਏ ਜਾਂਦੇ ਸੀ ਇਹਨਾਂ ਕੌਂਸਲਾਂ ਵਿੱਚ। ਇਸ ਤਰ੍ਹਾਂ ਦੇ ਨਾਲ ਕੀ ਸੀ, ਗਣਰਾਜਾਂ ਦੀ ਫੰਕਸ਼ਨਿੰਗ ਹੁੰਦੀ ਸੀ, ਕੰਮ ਧੰਦਾ ਚੱਲਦਾ ਸੀ। ਬੋਧੀ ਸਾਹਿਤ ਅੰਗੂਤਾਰਾ ਨਿਕਾਇਆ, ਇੰਪੋਰਟੈਂਟ ਸ਼ਬਦ ਆ ਜੀ ਇਹ, ਅੰਗੂਤਾਰਾ ਨਿਕਾਏ। ਇੱਕ ਬੋਧੀ ਸਾਹਿਤ ਆ, ਬੋਧੀ ਲਿਟਰੇਚਰ ਆ, ਅੰਗੂਤਾਰਾ ਨਿਕਾਏ। ਉਸ ਅਨੁਸਾਰ 16 ਮਹਾਨ ਰਾਜਾਂ ਦੀ ਸੂਚੀ ਦਿੰਦਾ ਹੈ ਇਹ ਵਾਲਾ ਸਾਹਿਤ। ਬੋਧੀ ਸਾਹਿਤ ਅੰਗੂਤਾਰਾ ਨਿਕਾਏ 16 ਮਹਾਨ ਰਾਜਾਂ ਦੀ ਸੂਚੀ ਦਿੰਦਾ ਹੈ। ਮੀਨ ਉਸ ਵੇਲੇ ਇਹ ਕਿੰਨੇ ਸੀ ਮੇਨ ਰਾਜ, 16। ਅੰਗੂਤਾਰਾ ਨਿਕਾਏ ਵਿੱਚ ਇਹ ਗੱਲ ਲਿਖੀ ਗਈ ਹੈ, ਜਿਨ੍ਹਾਂ ਨੂੰ 16 ਮਹਾਜਨਪਦ ਕਿਹਾ ਜਾਂਦਾ ਹੈ। ਮਹਾਜਨਪਦ ਕਿਹਾ ਜਾਂਦਾ ਹੈ 16 ਮਹਾਜਨਪਦ। ਉਹ ਸਨ ਜੀ ਅੰਗ, ਮਗਧ, ਕਾਸ਼ੀ, ਕੌਸ਼ਲ, ਮੱਜੀ, ਮਲ, ਚੇਦੀ, ਵਤਸ, ਕੁਰੂ, ਪੰਚਲ, ਮਤਸਿਆ, ਸੁਰਸੇਨ, ਅਸਮਾਕਾ, ਅਵੰਤੀ, ਗੰਧਾਰ ਅਤੇ ਕੰਬੋਜ। ਇਹ 16 ਮਹਾਜਨਪਦ ਸੀ ਉਸ ਟਾਈਮ ਵਿੱਚ। ਇਸੇ ਤਰ੍ਹਾਂ ਜੈਨ ਗ੍ਰੰਥਾਂ ਵਿੱਚ ਵੀ 16 ਰਾਜਾਂ ਦੀ ਹੋਂਦ ਦਾ ਹਵਾਲਾ ਮਿਲਦਾ ਹੈ। ਇਹ ਲਿਟਰੇਚਰ ਵਿੱਚ ਵੀ, ਜੈਨ ਲਿਟਰੇਚਰ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਮਿਲਦੀ ਹੈ। ਅੱਛਾ ਜੀ, ਫਿਰ ਕੀ ਹੋਇਆ? ਸਮੇਂ ਦੇ ਬੀਤਣ ਨਾਲ ਛੋਟੀਆਂ ਅਤੇ ਕਮਜ਼ੋਰ ਰਿਆਸਤਾਂ, ਜਿਹੜੇ ਛੋਟੇ ਸੀ ਰਿਆਸਤਾਂ, ਉਹ ਜਾਂ ਤਾਂ ਤਾਕਤਵਰ ਸ਼ਾਸਕਾਂ ਦੇ ਅਧੀਨ ਹੋ ਗਈਆਂ ਜਾਂ ਹੌਲੀ ਖਤਮ ਹੋ ਗਈਆਂ। ਸਿੰਪਲ ਅਸੀਂ ਕਹਿ ਲਈਏ, ਜਿਹੜੇ ਛੋਟੇ ਰਾਜ ਸੀ ਨਾ, ਉਹਨਾਂ ਉੱਤੇ ਦੂਸਰੇ ਤਾਕਤਵਰ ਰਾਜਾਂ ਦਾ ਕਬਜ਼ਾ ਹੋ ਗਿਆ ਤੇ ਗਿਣਤੀ ਵਿੱਚ ਇਹ ਰਿਆਸਤਾਂ ਘਟ ਗਈਆਂ, ਇਹ ਰਾਜ ਘਟ ਗਏ। ਤੇ ਅੰਤ ਵਿੱਚ 6ਵੀਂ ਸਦੀ ਈਸਾ ਪੂਰਵ ਦੇ ਮੱਧ ਵਿੱਚ
ਸਿਰਫ 4 ਰਾਜ ਵਤਸ, ਅਵੰਤੀ, ਕੌਸ਼ਲ ਅਤੇ ਮਗਧ ਬਚ ਗਏ। ਇਹ 4 ਬਚ ਗਏ ਮੇਨ, ਵਤਸ, ਅਵੰਤੀ, ਕੌਸ਼ਲ ਅਤੇ ਮਗਧ। ਠੀਕ ਹੈ ਜੀ। ਅਸੀਂ ਇਹਨਾਂ ਤਿੰਨਾਂ ਬਾਰੇ ਬਹੁਤੀ ਗੱਲ ਨਹੀਂ ਕਰਾਂਗੇ, ਇਹਨਾਂ ਦੇ ਆਪਣੇ ਰਾਜੇ ਮਹਾਰਾਜੇ ਸੀਗੇ। ਤੇ ਆਪਾਂ ਸਿੱਧਾ ਚੱਲਦੇ ਹਾਂ ਜੀ ਮਗਧ ਤੇ। ਮਗਧ ਇੰਪੋਰਟੈਂਟ ਆ। ਫਿਰ ਇਹਨਾਂ ਚਾਰਾਂ ਵਿੱਚੋਂ ਵੀ ਨਾ ਫਿਰ ਮਗਧ ਜ਼ਿਆਦਾ ਪਾਵਰਫੁਲ ਨਿਕਲਿਆ ਤੇ ਮਗਧ ਨੇ ਇਹਨਾਂ ਨੂੰ ਵੀ ਆਪਣੇ ਅਧੀਨ ਕਰ ਲਿਆ। ਹੁਣ ਪੜ੍ਹਦੇ ਜੀ ਮਗਧ। ਅੱਜ ਦੇ ਸਮੇਂ ਬਿਹਾਰ ਸਾਈਡ ਆ ਜੀ ਇਹ ਮਗਧ। ਉੱਤਰੀ ਭਾਰਤ ਦੇ ਸਾਰੇ ਰਾਜਾਂ ਵਿੱਚੋਂ ਮਗਧ ਸ਼ਕਤੀਸ਼ਾਲੀ ਰਾਜ ਦੇ ਰੂਪ ਵਿੱਚ ਉੱਭਰਿਆ, ਸਭ ਤੋਂ ਪਾਵਰਫੁਲ ਬਣ ਗਿਆ। ਇਹ ਉੱਤਰੀ ਭਾਰਤ ਵਿੱਚ ਸਿਆਸੀ ਸਰਗਰਮੀਆਂ ਦਾ ਕੇਂਦਰ ਬਣ ਗਿਆ। ਮੇਨ ਪੋਲੀਟੀਕਲ ਐਕਟੀਵਿਟੀ ਦਾ ਸੈਂਟਰ ਕਿਹੜਾ ਬਣ ਗਿਆ? ਮਗਧ। ਮਗਧ ਨੂੰ ਕੁਦਰਤ ਦੁਆਰਾ ਕੁਝ ਭੂਗੋਲਿਕ ਅਤੇ ਰਣਨੀਤਿਕ ਸਟ੍ਰੈਟੇਜਿਕ ਫਾਇਦਿਆਂ ਨਾਲ ਨਿਵਾਜਿਆ ਹੋਇਆ ਸੀ। ਇਹਦੀ ਸਿਚੁਏਸ਼ਨ ਬੜੀ ਇੰਪੋਰਟੈਂਟ ਸੀ। ਨੈਚੁਰਲੀ ਕੁਦਰਤ ਰੂਪ ਵਿੱਚ ਇਹਦੀ ਜੋਗ੍ਰਾਫੀਕਲ ਅਤੇ ਸਟ੍ਰੈਟੇਜਿਕਲ ਮਤਲਬ ਭੂਗੋਲਿਕ ਤੇ ਰਣਨੀਤਿਕ ਇਹਦੀ ਕਾਫੀ ਲੋਕੇਸ਼ਨ ਸੀ, ਸੋਹਣੀ ਸੀ। ਜਿਸ ਤਰ੍ਹਾਂ ਮੰਨ ਲਓ ਕਿ ਇੱਕ ਪਾਸੇ ਜੰਗਲ ਆ, ਇੱਕ ਪਾਸੇ ਪਹਾੜ ਆ ਤੇ ਇਹਨਾਂ ਨੂੰ ਪ੍ਰੋਟੈਕਸ਼ਨ ਹਾਸਲ ਹੋ ਗਈ। ਲਾਗੇ ਖਾਨਾ ਵੀ ਹੈਗੀਆਂ ਆ, ਟਰਾਂਸਪੋਰਟੇਸ਼ਨ ਦੇ ਸਾਧਨ ਵੀ ਸੀਗੇ। ਇਹ ਸਭ ਗੱਲਾਂ ਕਰਕੇ ਮਗਧ ਨੂੰ ਕਾਫੀ ਫਾਇਦਾ ਹੋਇਆ। ਤੁਹਾਨੂੰ ਇਹ ਪ੍ਰਸ਼ਨ ਆ ਸਕਦਾ ਕਿ ਮਗਧ ਇੱਕ ਸ਼ਕਤੀਸ਼ਾਲੀ ਰਾਜ ਦੇ ਰੂਪ ਵਿੱਚ ਕਿਉਂ ਉੱਭਰਿਆ? ਉਹਦੇ ਕੀ ਭੂਗੋਲਿਕ ਤੇ ਰਣਨੀਤਿਕ ਫਾਇਦੇ ਸੀ ਉਹਦੇ ਕੋਲ? ਇਹਨਾਂ ਨੇ ਉਸ ਨੂੰ ਸਾਮਰਾਜੀ ਮਹਾਨਤਾ ਵੱਲ ਵਧਾਇਆ। ਗੰਗਾ ਘਾਟੀ ਦੇ ਉੱਪਰਲੇ ਅਤੇ ਨਿਚਲੇ ਹਿੱਸੇ ਦੇ ਵਿਚਕਾਰ ਉਸ ਦੀ ਰਣਨੀਤਿਕ ਸਥਿਤੀ ਆਪਣੇ ਆਪ ਵਿੱਚ ਲਾਭਕਾਰੀ ਸੀ। ਬਿਲਕੁਲ ਗੰਗਾ ਵੈਲੀ ਦੇ ਵਿੱਚ ਸੀ। ਗੰਗਾ ਘਾਟੀ ਦੇ ਉੱਪਰਲੇ ਅਤੇ ਨਿਚਲੇ ਹਿੱਸੇ ਦੇ ਵਿਚਕਾਰ, ਗੰਗਾ ਘਾਟੀ ਦੇ ਬਿਲਕੁਲ ਵਿਚਕਾਰ ਇਸ ਦੀ ਸਿਚੁਏਸ਼ਨ ਸੀ। ਨਾ ਬਹੁਤਾ ਆਪਣਾ ਬਿਲਕੁਲ ਪਹਾੜ ਸੀ, ਮਤਲਬ ਵਿਚਕਾਰ ਜਿਹੀ ਸਿਚੁਏਸ਼ਨ ਦੇ ਵਿੱਚ ਇਹ ਸੀਗਾ ਸਥਿਤ। ਇਸ ਦੀ ਉਪਜਾਊ ਮਿੱਟੀ ਸੀ, ਮਿੱਟੀ ਵੀ ਉਪਜਾਊ ਸੀ, ਮਤਲਬ ਫਰਟਾਈਲ ਲੈਂਡ ਹੋ ਗਈ। ਰਾਜਗੀਰ ਦੇ ਨੇੜੇ ਪਹਾੜੀਆਂ ਵਿੱਚ ਲੋਹੇ ਦੇ ਧਾਤ ਅਤੇ ਗਿਆ ਦੇ ਨੇੜੇ ਤਾਂਬੇ ਅਤੇ ਲੋਹੇ ਦੇ ਭੰਡਾਰਾਂ ਨੇ ਇਸ ਦੀ ਕੁਦਰਤੀ ਸੰਪੱਤੀ ਵਿੱਚ ਵੀ ਕਾਫੀ ਵਾਧਾ ਕੀਤਾ। ਕਹਿਣ ਦਾ ਮਤਲਬ ਇਹਦੇ ਲਾਗੇ ਕੀ ਸੀ? ਮਿਨਰਲ ਰਿਸੋਰਸਿਸ ਸੀਗੇ, ਲੋਹੇ ਦੇ ਧਾਤੂਆਂ ਸੀਗੀਆਂ, ਤਾਂਬੇ ਦੇ ਮਾਈਨਸ ਸੀਗੀਆਂ, ਹਨਾ। ਇਹ ਸਾਰੇ ਭੰਡਾਰ ਸੀ ਲਾਗੇ। ਇਹਦਾ ਮਤਲਬ ਮਿਨਰਲ ਰਿਸੋਰਸਿਸ ਵੀ ਲਾਗੇ ਸੀ ਇਹਦੇ। ਉਹਨਾਂ ਦਿਨਾਂ ਦੇ ਵਪਾਰ ਦੇ ਮੁੱਖ ਮਾਰਗਾਂ ਦੇ ਕੇਂਦਰ ਵਿੱਚ ਉਸ ਦੀ ਸਥਿਤੀ ਨੇ ਵੀ ਮਗਧ ਦੀ ਦੌਲਤ ਵਿੱਚ ਯੋਗਦਾਨ ਪਾਇਆ। ਮੇਨ ਟਰਾਂਸਪੋਰਟੇਸ਼ਨ ਰੂਟਸ ਦੇ ਉੱਤੇ ਸਥਿਤ ਸੀ ਮਗਧ। ਵਪਾਰ ਦੇ ਮਾਰਗਾਂ ਦੇ ਕੇਂਦਰ ਦੇ ਉੱਤੇ ਆਉਂਦਾ ਸੀ ਮਗਧ। ਇਹ ਵੀ ਐਡਵਾਂਟੇਜੀਅਸ ਸਿਚੁਏਸ਼ਨ ਹੋ ਗਈ। ਰਾਜਗ੍ਰਹਿ ਮਗਧ ਦੀ ਰਾਜਧਾਨੀ ਸੀ। ਠੀਕ ਹੈ ਜੀ, ਰਾਜਗ੍ਰਹਿ ਮਗਧ। ਇਹ ਸਾਰੀਆਂ ਗੱਲਾਂ। ਬਿੰਬੀਸਾਰ ਅਤੇ ਅਜਾਤ ਸ਼ਤਰੂ, ਇਹਨਾਂ ਦੇ ਰਾਜ ਦੌਰਾਨ ਮਗਧ ਦੀ ਖੁਸ਼ਹਾਲੀ ਸਿਖਰ ਤੱਕ ਪਹੁੰਚ ਗਈ ਸੀ। ਇਹ ਦੋ ਪਾਵਰਫੁਲ ਰੂਲਰ ਸੀ ਇਸ ਏਰੀਏ ਦੇ ਤੇ ਇਹਨਾਂ ਦੇ ਦੌਰਾਨ ਮਗਧ ਕਾਫੀ ਕੀ ਆ ਉਹ ਹੋਇਆ, ਪ੍ਰੋਸਪਰਸ ਰਾਜ ਦੇ ਰੂਪ ਵਿੱਚ ਉੱਭਰਿਆ। ਹੁਣ ਪੜ੍ਹਦੇ ਹਾਂ ਜੀ ਬਿੰਬੀਸਾਰ। ਬਿੰਬੀਸਾਰ ਪਹਿਲਾਂ ਸੀ 546 ਤੋਂ 494 ਈਸਾ ਪੂਰਵ BC, ਬਿਫੋਰ ਕ੍ਰਾਈਸਟ। ਬਿੰਬੀਸਾਰ। ਬਿੰਬੀਸਾਰ ਹਰਿਅੰਕਾ ਰਾਜਵੰਸ਼ ਨਾਲ ਸੰਬੰਧਿਤ ਸੀ। ਕਿਹੜੀ ਡਾਇਨੈਸਟੀ? ਹਰਿਅੰਕ। ਹਰਿਅੰਕ ਡਾਇਨੈਸਟੀ। ਬਿੰਬੀਸਾਰ ਹਰਿਅੰਕ ਰਾਜਵੰਸ਼ ਨਾਲ ਸੰਬੰਧਿਤ ਸੀ। ਉਸਨੇ ਵਿਆਹੁਤਾ ਗੱਠਜੋੜ ਦੁਆਰਾ, ਮੈਟਰੀਮੋਨੀਅਲ ਅਲਾਇੰਸਸ ਦੁਆਰਾ ਆਪਣੀ ਸਥਿਤੀ ਨੂੰ ਕਾਫੀ ਮਜ਼ਬੂਤ ਕੀਤਾ ਸੀ। ਮੀਨ ਆਸ-ਪਾਸ ਦੇ ਜਿਹੜੇ ਇਲਾਕਿਆਂ ਦੇ ਨਾਲ ਵਿਆਹਿਕ ਸੰਬੰਧ ਬਣਾ ਕੇ, ਵਿਆਹੁਤਾ ਗੱਠਜੋੜ ਮੈਟਰੀਮੋਨੀਅਲ ਅਲਾਇੰਸ ਬਣਾ ਕੇ ਸੰਬੰਧ ਮਜ਼ਬੂਤ ਕਰ ਲਏ। ਕਿਤੇ ਆਪਣੀ ਕੁੜੀ ਵਿਆਹਤੀ, ਕਿਤੇ ਕਿਸੇ ਦੀ ਕੁੜੀ ਨਾਲ ਆਪਣੇ ਮੁੰਡੇ ਦਾ ਵਿਆਹ ਕਰਤਾ, ਕਿਸੇ ਖੁਦ ਵਿਆਹ ਕਰ ਲਿਆ, ਇਸ ਤਰ੍ਹਾਂ। ਬਿੰਬੀਸਾਰ ਵਰਤਮਾਨ ਮਹਾਵੀਰ ਅਤੇ ਗੌਤਮ ਬੁੱਧ ਇਹਨਾਂ ਦੋਹਾਂ ਦੇ ਸਮਕਾਲੀ ਸਨ। ਬਿੰਬੀਸਾਰ ਇਸੇ ਟਾਈਮ ਹੋਏ ਜਦੋਂ ਮਹਾਵੀਰ, ਵਰਤਮਾਨ ਮਹਾਵੀਰ ਅਤੇ ਗੌਤਮ ਬੁੱਧ ਹੋਏ ਨਾ, ਉਸੇ ਸਮੇਂ ਬਿੰਬੀਸਾਰ ਵੀ ਹੋਇਆ। ਇਹ ਕੀ ਸੀ? ਸਮਕਾਲੀ ਸਨ, ਇੱਕ ਹੀ ਸਮੇਂ ਹੋਏ। ਹਾਲਾਂਕਿ ਦੋਵੇਂ ਧਰਮ ਉਸ ਨੂੰ ਆਪਣੇ ਸਮਰਥਕ ਅਤੇ ਸ਼ਰਧਾਲੂ ਵਜੋਂ ਦਾਅਵਾ ਕਰਦੇ ਹਨ। ਜੈਨ ਕਹਿੰਦੇ ਆ ਕਿ ਉਹ ਸਾਡਾ ਸ਼ਰਧਾਲੂ ਸੀ, ਸਾਨੂੰ ਸਮਰਥਨ ਕਰਦਾ ਸੀ, ਤੇ ਬੁੱਧ ਕਹਿੰਦੇ ਆ ਕਿ ਉਹ ਸਾਡਾ ਸ਼ਰਧਾਲੂ ਸੀ, ਸਾਨੂੰ ਸਮਰਥਨ ਕਰਦਾ ਸੀ। ਇਹ ਜਾਪਦਾ ਹੈ ਕਿ ਬਿੰਬੀਸਾਰ ਨੇ ਬੋਧੀ ਸੰਘ ਨੂੰ ਬਹੁਤ ਸਾਰੇ ਤੋਹਫੇ ਦਿੱਤੇ ਸਨ, ਕਾਫੀ ਗਿਫਟ ਵਗੈਰਾ ਦਿੱਤੇ ਸੀ, ਇਸ ਤਰ੍ਹਾਂ ਲੱਗਦਾ ਆ ਇਨਡਾਇਰੈਕਟਲੀ।
ਉਹਦਾ ਲੜਕਾ ਜੀ ਅਜਾਤ ਸ਼ਤਰੂ, ਇਹਦੇ ਬਾਰੇ ਪੜ੍ਹ ਲੈਂਦੇ ਹਾਂ। ਲੜਕਾ ਹੀ ਹੈ ਸ਼ਾਇਦ। 494 ਤੋਂ 462 ਈਸਾ ਪੂਰਵ, ਬਿਫੋਰ ਕ੍ਰਾਈਸਟ, BC। ਅਜਾਤ ਸ਼ਤਰੂ ਦਾ ਰਾਜ ਉਸ ਦੀਆਂ ਫੌਜੀ ਜਿੱਤਾਂ ਲਈ ਜਾਣਿਆ ਜਾਂਦਾ ਹੈ। ਫੌਜੀ ਜਿੱਤਾਂ ਲਈ ਇਹ ਬੜਾ ਸੀ ਜੀ ਇੰਪੋਰਟੈਂਟ। ਇਸ ਦੇ ਕੋਲ ਨਾ ਜਿਹੜੀਆਂ ਅਸਤਰ ਸ਼ਸਤਰ ਸੀ ਤੋਂ ਕਾਫੀ ਵਧੀਆ ਕਿਸਮ ਦੇ ਸਨ। ਇਹਨਾਂ ਫੌਜੀ ਜਿੱਤਾਂ ਕਾਫੀ ਪ੍ਰਾਪਤ ਕੀਤੀਆਂ, ਅਟੈਕ ਕਰ ਕਰਕੇ ਕਾਫੀ ਰਾਜ ਆਪਣੇ ਅਧੀਨ ਲੈ ਲਿਆ। ਬੋਧੀ ਅਤੇ ਜੈਨੀ ਦੋਵੇਂ ਦਾਅਵਾ ਕਰਦੇ ਹਨ ਕਿ ਅਜਾਤ ਸ਼ਤਰੂ ਉਹਨਾਂ ਦੇ ਧਰਮ ਦਾ ਅਨੁਆਈ ਸੀ, ਪਰ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਸ਼ੁਰੂ ਵਿੱਚ ਉਹ ਜੈਨ ਧਰਮ ਦਾ ਅਨੁਆਈ ਸੀ ਅਤੇ ਬਾਅਦ ਵਿੱਚ ਉਸਨੇ ਬੁੱਧ ਧਰਮ ਅਪਣਾ ਲਿਆ ਸੀ। ਠੀਕ ਹੈ ਜੀ। ਕਿਹਾ ਜਾਂਦਾ ਹੈ ਕਿ ਉਹ ਗੌਤਮ ਬੁੱਧ ਨੂੰ ਵੀ ਮਿਲਿਆ ਸੀ। ਇਹ ਲਾਈਨ ਇੰਪੋਰਟੈਂਟ ਆ ਵੀ ਇੱਕ ਅਜਿਹਾ ਰਾਜਾ ਜਿਹੜਾ ਗੌਤਮ ਬੁੱਧ ਨੂੰ ਵੀ ਮਿਲਿਆ ਸੀ। ਤੁਹਾਨੂੰ 4 ਆਪਸ਼ਨ ਦਿੱਤੇ ਜਾਣੇ ਆ, ਬਿੰਬੀਸਾਰ, ਅਜਾਤ ਸ਼ਤਰੂ, ਬਿੰਦੂਸਾਰ, ਚੰਦਰਗੁਪਤ ਮੌਰਿਆ। ਇਸ ਤਰ੍ਹਾਂ 4 ਆਪਸ਼ਨ ਦੇ ਦੇਣੇ। ਤਾਂ ਆਨਸਰ ਹੈ ਜੀ ਅਜਾਤ ਸ਼ਤਰੂ। ਇਹ ਦ੍ਰਿਸ਼ ਬਹਿਰੂਤ ਦੀਆਂ ਮੂਰਤੀਆਂ ਵਿੱਚ ਵੀ ਦਰਸਾਇਆ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਬਹਿਰੂਤ ਸਤੂਪ ਵਿੱਚ ਉੱਥੇ ਜਿਹੜੀਆਂ ਮੂਰਤੀਆਂ ਆ ਉਸ ਵਿੱਚ ਇਹ ਦ੍ਰਿਸ਼ ਹੈ ਕਿ ਗੌਤਮ ਬੁੱਧ ਨੂੰ ਅਜਾਤ ਸ਼ਤਰੂ ਦੀ ਮੁਲਾਕਾਤ ਹੋਈ, ਨਾਲ ਉਹ ਮਿਲਿਆ। ਗੌਤਮ ਬੁੱਧ ਨਾਲ ਅਜਾਤ ਸ਼ਤਰੂ ਮਿਲਿਆ। ਉਹਨਾਂ ਦੀ ਮੁਲਾਕਾਤ ਦਾ ਦ੍ਰਿਸ਼ ਬਹਿਰੂਤ ਦੀਆਂ ਮੂਰਤੀਆਂ ਵਿੱਚ ਵੀ ਹੈ। ਮਹਾਵੰਸ਼ ਦੇ ਅਨੁਸਾਰ, ਮਹਾਵੰਸ਼ ਕੋਈ ਸਕਾਲਰ ਆ, ਉਸ ਅਨੁਸਾਰ ਉਸਨੇ ਕਈ ਚੈਤਿਆਂ ਅਤੇ ਵਿਹਾਰਾਂ ਦਾ ਨਿਰਮਾਣ ਵੀ ਕੀਤਾ। ਅਜਾਤ ਸ਼ਤਰੂ ਨੇ, ਸਿੰਪਲ ਕਹਿ ਦਈਏ, ਉਸਨੇ ਕਈ ਚੈਤਿਆਂ ਅਤੇ ਵਿਹਾਰਾਂ ਦਾ ਨਿਰਮਾਣ ਵੀ ਕੀਤਾ ਸੀ। ਚੈਤੇ ਤੇ ਵਿਹਾਰ ਕੀ ਹੁੰਦੇ ਆ ਯਾਦ ਕਰੋ। ਵਿਹਾਰ ਉਹ ਜਗ੍ਹਾ ਜਿੱਥੇ ਭਿਕਸ਼ੂ ਲੋਕ ਠਹਿਰਦੇ ਸਨ, ਤੇ ਚੈਤੇ ਉਹ ਜਗ੍ਹਾ ਜਿੱਥੇ ਭਿਕਸ਼ੂ ਲੋਕ ਠਹਿਰਦੇ ਆ ਤੇ ਪੂਜਾ ਕਰਦੇ ਆ। ਚੈਤੇ ਹੁੰਦੇ ਜੀ ਪੂਜਾ ਸਥਾਨ, ਵਿਹਾਰ ਹੋ ਗਏ ਰਹਿਣ ਦਾ ਸਥਾਨ। ਗੁਫਾ ਵਗੈਰਾ ਨੂੰ ਕੱਟ ਕੇ ਕੋਈ ਇਸ ਤਰ੍ਹਾਂ ਕੁਛ ਜਗ੍ਹਾ ਬਣਾਤੀ ਜਿੱਥੇ ਭਿਕਸ਼ੂ ਵਗੈਰਾ ਰਹਿੰਦੇ ਆ। ਪਹਾੜਾਂ ਨੂੰ ਕੱਟ ਕੇ ਗੁਫਾ ਬਣਾਤੀਆਂ ਇਹਨਾਂ ਦੇ ਰਹਿਣ ਲਈ, ਭਿਕਸ਼ੂਆਂ ਦੇ। ਉਸਨੇ ਬੁੱਧ ਦੀ ਮੌਤ ਤੋਂ ਤੁਰੰਤ ਬਾਅਦ ਰਾਜਗ੍ਰਹਿ ਵਿਖੇ ਪਹਿਲੀ ਬੋਧੀ ਕੌਂਸਲ ਬੁਲਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜਸਟ ਆਫਟਰ ਦਾ ਡੈਥ ਆਫ ਗੌਤਮ ਬੁੱਧ, ਉਹ ਕਿਹੜਾ ਬੰਦਾ ਸੀ, ਕਿਹੜਾ ਰਾਜਾ ਸੀ ਜਿਹਨੇ ਪਹਿਲੀ ਬੋਧੀ ਕੌਂਸਲ ਬੁਲਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ? ਉਹ ਸੀ ਜੀ ਕੌਣ? ਆਪਣਾ ਅਜਾਤ ਸ਼ਤਰੂ। ਠੀਕ ਹੈ ਜੀ। ਅੱਗੇ ਗੱਲ ਕਰਦੇ ਜੀ ਨੰਦਾ ਦੀ। ਨੰਦ ਵੰਸ਼। ਦੇਖੋ ਕੋਈ ਨਾ ਕੋਈ ਰਾਜੇ ਮਹਾਰਾਜੇ ਤੁਹਾਨੂੰ ਪਤਾ ਚੇਂਜ ਹੁੰਦੇ ਰਹਿੰਦੇ ਆ। ਇਸ ਤੋਂ ਪਹਿਲਾਂ ਸ਼ਸ਼ੂਨਾਗ ਡਾਇਨੈਸਟੀ ਵੀ ਸੀ। ਤੇ ਆਪਾਂ ਹੁਣ ਗੱਲ ਕਰਦੇ ਹਾਂ ਹੌਲੀ ਹੌਲੀ ਹੁਣ ਰਾਜ ਕਿਹਨਾਂ ਦੇ ਹੱਥ ਵਿੱਚ ਆ ਗਿਆ? ਨੰਦਾ ਦੇ ਹੱਥ ਵਿੱਚ ਆ ਗਿਆ। ਨੰਦਾ ਦੀ ਇੰਪੋਰਟੈਂਸ ਇਸ ਗੱਲ ਕਰਕੇ ਵੀ ਹੈ ਕਿ ਨੰਦਾ ਕਸ਼ਤਰੀਆ ਨਹੀਂ ਸੀ। ਦੇਖੋ ਹੁਣ ਤੱਕ ਰਾਜ ਕਿਹਨਾਂ ਦਾ ਰਿਹਾ? ਕਸ਼ਤਰੀਆਂ ਦਾ। ਨੰਦ ਕਸ਼ਤਰੀ ਨਹੀਂ ਸੀ। ਕੁਛ ਹੋਰ ਬੈਕਵਰਡ ਕਾਸਟ ਨੂੰ ਸੰਬੰਧ ਰੱਖਦੇ ਹੋਣਗੇ, ਐਗਜ਼ੈਕਟ ਨਹੀਂ ਪਤਾ, ਪਰ ਇਹ ਕਸ਼ਤਰੀ ਨਹੀਂ ਸੀ। ਬ੍ਰਾਹਮਣ ਵੀ ਨਹੀਂ ਸੀ। ਆਈ ਥਿੰਕ। ਹਾਂ। ਮਗਧ ਦੀ ਪ੍ਰਸਿੱਧੀ ਨੇ ਨੰਦਾ ਰਾਜਵੰਸ਼ ਦੇ ਅਧੀਨ ਨਵੀਆਂ ਉਚਾਈਆਂ ਨੂੰ ਛੂਹਿਆ। ਹੁਣ ਨੰਦਾ ਦਾ ਰਾਜ ਆ ਗਿਆ। ਕਿੱਦਾਂ ਰਾਜ ਆ ਗਿਆ? ਕਿਉਂ ਰਾਜ ਆ ਗਿਆ? ਇੱਕ ਆਪਣੀ ਹਿਸਟਰੀ ਆ ਜੀ ਇਹ। ਤੁਸੀਂ ਇਹ ਦੇਖ ਲਓ ਕਿ ਡਿਊ ਕੋਰਸ ਆਫ ਟਾਈਮ ਨਾ, ਹੁਣ ਮੰਨ ਲਓ ਇੱਕ ਵੰਸ਼ ਦਾ ਰਾਜ ਆ, ਫਿਰ ਉਹਨਾਂ ਦੇ ਵਜ਼ੀਰਾਂ ਵਿੱਚੋਂ, ਆਸ-ਪਾਸ ਵਿੱਚੋਂ, ਹੋਰ ਏਰੀਏ ਵਿੱਚੋਂ ਕੋਈ ਹੋਰ ਬੰਦਾ ਡੋਮੀਨੇਟ ਕਰ ਜਾਂਦਾ ਆ, ਫਿਰ ਉਹਦਾ ਰਾਜ ਆ ਜਾਂਦਾ। ਇਹ ਸਾਰੀਆਂ ਹਿਸਟਰੀਆਂ ਇਸ ਤਰ੍ਹਾਂ ਹੀ ਚੱਲਦੀਆਂ ਰਾਜੇ ਮਹਾਰਾਜੇ ਦੀਆਂ। ਹੁਣ ਨੰਦਾ ਵੰਸ਼ ਦਾ ਰਾਜ ਆ ਗਿਆ, ਨੰਦ ਵੰਸ਼ ਦਾ ਰਾਜ ਆ ਗਿਆ। ਤਾਂ ਇਹਨਾਂ ਦੇ ਅੰਤਰਗਤ ਮਗਧ ਬਹੁਤ ਉਚਾਈਆਂ ਤੱਕ ਗਿਆ। ਪੂਰਾ ਅੰਪਾਇਰ ਸੀ ਜੀ, ਤਕੜਾ। ਮਤਲਬ ਕਿ ਕਹਿ ਦਿੰਦੇ ਆ ਕਿ ਚੰਦਰਗੁਪਤ ਮੌਰਿਆ ਦੇ ਅਧੀਨ ਪਹਿਲਾ ਸਾਮਰਾਜ ਸਥਾਪਿਤ ਹੋਇਆ, ਪਰ ਧਿਆਨ ਨਾਲ ਦੇਖੀਏ ਤੇ ਸਾਮਰਾਜ ਨੰਦਾ ਦੇ ਅੰਤਰਗਤ ਬਹੁਤ ਜ਼ਿਆਦਾ ਸੀ। ਇਸ ਤਰ੍ਹਾਂ ਦੀ ਗੱਲ ਨਹੀਂ ਕਿ ਚੰਦਰਗੁਪਤ ਮੌਰਿਆ ਪਹਿਲਾ ਇੱਦਾਂ ਦਾ ਬਾਦਸ਼ਾਹ ਬਣਿਆ। ਉਸ ਤੋਂ ਪਹਿਲਾਂ ਵੀ ਕੀ ਸੀਗਾ? ਸਾਮਰਾਜ ਸੀਗੇ। ਉਹਨਾਂ ਗੰਗਾ ਦੇ ਬੇਸਿਨ ਦੀਆਂ ਸੀਮਾਵਾਂ ਤੋਂ ਪਾਰ ਵੀ ਜਿੱਤਾਂ ਪ੍ਰਾਪਤ ਕੀਤੀਆਂ। ਪਹਿਲਾਂ ਗੱਲਾਂ ਸੀਗੀਆਂ ਮਗਧ ਦੀ ਰਾਜਗੀਰੀ ਹੈ ਇੱਧਰ ਨਾ, ਤੁਹਾਡੇ ਬਿਹਾਰ ਸਾਈਡ ਹੀ। ਹੁਣ ਕੀ ਆ? ਗੰਗਾ ਏਰੀਏ ਤੋਂ ਬਾਅਦ ਆਪਣਾ ਪੰਜਾਬ ਸਾਈਡ ਵੀ ਆ ਗਿਆ, ਹੈ ਨਾ। ਇਹਨਾਂ ਕਾਫੀ ਏਰੀਏ ਵਿੱਚ ਇਹਨਾਂ ਨੇ ਆਪਣੀਆਂ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਉੱਤਰੀ ਭਾਰਤ ਵਿੱਚ ਉਹਨਾਂ ਨੇ ਇੱਕ ਚੰਗੀ ਤਰ੍ਹਾਂ ਸੰਗਠਿਤ ਅਤੇ ਵਿਸ਼ਾਲ ਸਾਮਰਾਜ ਬਣਾ ਲਿਆ। ਸਾਮਰਾਜ ਬਣ ਗਿਆ ਸੀ ਜੀ, ਜਿਹੜਾ ਕਿ ਬਹੁਤ ਆਪਸ ਵਿੱਚ ਜੁੜਿਆ ਹੋਇਆ, ਸੰਗਠਿਤ ਅਤੇ ਵਿਸ਼ਾਲ ਸੀ। ਮਹਾਪਦਮ ਨੰਦ ਵੰਸ਼ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਮਹਾਪਦਮ ਨੰਦ
ਇੰਪੋਰਟੈਂਟ ਨਾਮ ਆ। ਉਸਨੇ ਉੱਤਰੀ ਭਾਰਤ ਵਿੱਚ ਕਸ਼ਤਰੀ ਰਾਜਵੰਸ਼ਾਂ ਨੂੰ ਉਖਾੜ ਦਿੱਤਾ ਅਤੇ ਏਕਰਥ ਦਾ ਖਿਤਾਬ ਧਾਰਨ ਕੀਤਾ। ਇਹ ਇੰਪੋਰਟੈਂਟ ਪੁਆਇੰਟ ਹੋ ਗਿਆ। ਏਕਰਥ, ਇਹ ਖਿਤਾਬ ਕਿਹੜੇ ਨੰਦ ਵੰਸ਼ ਦੇ ਰਾਜੇ ਨੂੰ ਮਿਲਿਆ ਸੀ, ਜਿਸਨੇ ਉੱਤਰ ਭਾਰਤ ਵਿੱਚ ਕਸ਼ਤਰੀ ਰਾਜਵੰਸ਼ਾਂ ਨੂੰ ਉਖਾੜ ਦਿੱਤਾ ਸੀ? ਇਹ ਸੀ ਜੀ ਮਹਾਪਦਮ ਨੰਦ। ਪੁਰਾਣਾਂ ਵਿੱਚ ਵੀ ਮਹਾਪਦਮ ਨੰਦ ਦੁਆਰਾ ਕੀਤੀਆਂ ਗਈਆਂ ਵਿਆਪਕ ਜਿੱਤਾਂ ਦੀ ਗੱਲ ਕੀਤੀ ਗਈ ਹੈ। ਇੰਨਾ ਇੰਪੋਰਟੈਂਟ ਰੂਲਰ ਸੀ ਇਹ ਕਿ ਪੁਰਾਣਾਂ ਵਿੱਚ ਵੀ ਇਹਦੀਆਂ ਜਿੱਤਾਂ ਦਾ ਜ਼ਿਕਰ ਮਿਲਦਾ ਆ। ਕਲਿੰਗ ਦੇ ਖਰਵੇਲਾ ਦਾ ਹਾਥੀ ਗੁੰਫ ਸ਼ਿਲਾਲੇਖ, ਉੱਥੇ ਇੱਕ ਬਹੁਤ ਇੰਪੋਰਟੈਂਟ ਸ਼ਿਲਾਲੇਖ ਮਿਲਿਆ ਆ, ਪੱਥਰ ਦੇ ਉੱਤੇ ਲਿਖੇ ਹੋਏ ਗੱਲਾਂ। ਉਸ ਦੇ ਵਿੱਚ ਵੀ ਨੰਦਾ ਦੁਆਰਾ ਕਲਿੰਗਾ ਦੀ ਜਿੱਤ ਦਾ ਹਵਾਲਾ ਮਿਲਦਾ ਹੈ। ਨੰਦ ਵੰਸ਼ ਨੇ ਕਲਿੰਗਾ ਵੀ ਫਤਿਹ ਕਰ ਲਿਆ ਸੀ। ਕਹਿਣ ਦਾ ਭਾਵ ਇਹਨਾਂ ਦਾ ਸਾਮਰਾਜ ਕਾਫੀ ਵੱਡਾ ਸੀ। ਠੀਕ ਹੈ ਜੀ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਦੱਖਣ ਦਾ ਕਾਫੀ ਹਿੱਸਾ ਨੰਦਾਵਾਂ ਦੇ ਅਧੀਨ ਸੀ। ਦੱਖਣ ਦਾ ਹਿੱਸਾ ਵੀ ਇਹਨਾਂ ਦੇ ਅਧੀਨ ਸੀ। ਇਸ ਲਈ ਮਹਾਪਦਮ ਨੰਦ ਨੂੰ ਇੱਕ ਮਹਾਨ ਸਾਮਰਾਜ ਨਿਰਮਾਤਾ ਮੰਨਿਆ ਜਾਂਦਾ ਹੈ। ਠੀਕ ਹੈ ਨਾ, ਮਹਾਨ ਸਾਮਰਾਜ ਦਾ ਨਿਰਮਾਤਾ ਮੰਨਿਆ ਜਾਂਦਾ ਮਹਾਪਦਮ ਨੰਦ ਨੂੰ। ਤੇ ਆਖਰੀ ਨੰਦ ਸ਼ਾਸਕ ਦਾ ਨਾਮ ਸੀ ਜੀ ਧਨਾਨੰਦ। ਆਖਰੀ ਨੰਦ ਸ਼ਾਸਕ ਕਿਹੜਾ ਸੀ? ਧਨਾਨੰਦ। ਤੁਸੀਂ ਜਦੋਂ ਆਪਣਾ ਚਾਣਕਿਆ ਦੇ ਉੱਤੇ ਨਾਟਕ ਦੇਖੋਗੇ ਤਾਂ ਚਾਣਕਿਆ ਜਾਂਦਾ ਆ ਇੱਕ ਨੰਦ ਰਾਜਾ ਦੇ ਦਰਬਾਰ ਵਿੱਚ, ਉਹਦੇ ਨਾਲ ਗੱਲਬਾਤ ਕਰਦਾ, ਤੇ ਉਹ ਧਨਾਨੰਦ ਹੀ ਹੁੰਦਾ ਆ। ਧਨਾਨੰਦ ਆਖਰੀ ਨੰਦ ਸ਼ਾਸਕ ਸੀ। ਉਸਨੇ ਮਗਧ ਸਾਮਰਾਜ ਨੂੰ ਬਰਕਰਾਰ ਰੱਖਿਆ ਅਤੇ ਇੱਕ ਸ਼ਕਤੀਸ਼ਾਲੀ ਫੌਜ ਅਤੇ ਬੇਸ਼ੁਮਾਰ ਦੌਲਤ ਆਪਣੇ ਕੋਲ ਜੋੜ ਕੇ ਰੱਖੀ। ਕਾਫੀ ਉਹਦੇ ਕੋਲ ਵੈਲਥ ਸੀ, ਫੌਜ ਸੀ। ਨੰਦਾਂ ਦੀ ਸ਼ਾਨਦਾਰ ਦੌਲਤ ਦਾ ਵੀ ਕਈ ਸਰੋਤਾਂ ਦੁਆਰਾ ਜ਼ਿਕਰ ਕੀਤਾ ਗਿਆ ਹੈ। ਕਈ ਸਰੋਤਾਂ ਨੇ ਇਹ ਗੱਲ ਕਹੀ, ਕਈ ਥਾਂ ਇਹ ਜ਼ਿਕਰ ਮਿਲਦਾ ਹੈ ਕਿ ਇਹਨਾਂ ਕੋਲ ਦੌਲਤ ਬਹੁਤ ਜ਼ਿਆਦਾ ਸੀ, ਕਾਫੀ ਅਮੀਰ ਸਟੇਟ ਸੀ। ਕਈ ਕਵੀ ਮਮੁੱਲਾ ਨਾਲ, ਤਮਿਲ ਲਿਟਰੇਚਰ ਆ ਜਿਹੜਾ ਤਮਿਲ ਸੰਗਮ ਲਿਟਰੇਚਰ ਵਿੱਚ ਇੱਕ ਕਵੀ ਆ ਜੀ ਮਮੁੱਲਾ ਨਾਰ, ਉਸ ਦੁਆਰਾ ਤਾਮਿਲ ਸੰਗਮ ਰਚਨਾ ਆਹਾਨਾਮੁਰੂ ਵਿੱਚ ਨੰਦਾ ਦੀ ਵਿਸ਼ਾਲ ਦੌਲਤ ਦਾ ਜ਼ਿਕਰ ਕੀਤਾ ਹੈ। ਸੰਗਮ ਲਿਟਰੇਚਰ ਵਿੱਚ ਵੀ ਇਹ ਜ਼ਿਕਰ ਮਿਲਦਾ ਕਿ ਨੰਦਾ ਕੋਲ ਕਾਫੀ ਸੀ, ਦੌਲਤ ਸੀ। ਤੁਹਾਨੂੰ ਕਵੀ ਭੁੱਲ ਵੀ ਜਾਵੇ, ਮਮੁੱਲਾ ਨਾਰ ਉਹਦੀ ਰਚਨਾ ਆਹਾਨਾਮੁਰੂ ਭੁੱਲ ਵੀ ਜਾਵੇ, ਤੁਸੀਂ ਸਿੰਪਲ ਕਹਿ ਦਿਓ ਕਿ ਤਮਿਲ ਸੰਗਮ ਰਚਨਾ ਵਿੱਚ ਵੀ, ਸਾਹਿਤ ਵਿੱਚ ਵੀ ਨੰਦਾ ਦੀ ਵਿਸ਼ਾਲ ਦੌਲਤ ਦਾ ਜ਼ਿਕਰ ਮਿਲਦਾ ਹੈ। ਨੰਦਾ ਰਾਜ ਵਿੱਚ ਖੇਤੀ ਦੀ ਵੱਧਦੀ ਫੁੱਲਦੀ ਸਥਿਤੀ, ਕਾਫੀ ਖੇਤੀ ਵਧੀ, ਅਤੇ ਦੇਸ਼ ਦੀ ਆਮ ਖੁਸ਼ਹਾਲੀ ਨੇ ਸ਼ਾਹੀ ਖਜ਼ਾਨੇ ਵਿੱਚ ਬੇਸ਼ੁਮਾਰ ਮਾਲੀਆ ਪਹੁੰਚਾਇਆ ਹੋਣਾ। ਤਾਂ ਇਹ ਓਬਵੀਅਸ ਆ ਜੀ, ਜੇ ਇੰਨੀ ਅੱਛੀ ਐਗਰੀਕਲਚਰ ਸੀ, ਇੰਨੇ ਰੈਫਰੈਂਸ ਤੋਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਕੋਲ ਕਾਫੀ ਮਾਇਆ ਸੀ, ਦੌਲਤ ਸੀ, ਤੇ ਇਹਦਾ ਮਤਲਬ ਉਸ ਵੇਲੇ ਖੁਸ਼ਹਾਲੀ ਕਾਫੀ ਜ਼ਿਆਦਾ ਸੀ, ਕਾਫੀ ਖੁਸ਼ਹਾਲੀ ਸੀ। ਤੇ ਇਹਨਾਂ ਦਾ ਖਜ਼ਾਨਾ ਵੀ ਭਰਪੂਰ ਸੀ, ਕਾਫੀ ਟੈਕਸ ਵੀ ਮਿਲਦਾ ਹੋਣਾ ਇਹਨਾਂ ਨੂੰ। ਠੀਕ ਹੈ ਜੀ। ਪਰ ਇੱਥੇ ਗੜਬੜ ਹੋ ਗਈ। ਜਿਹੜਾ ਧਨਾਨੰਦ ਸੀ ਨਾ, ਉਸ ਨੇ ਟੈਕਸ ਵਸੂਲਣ ਲਈ ਨਾ ਕਾਫੀ ਜਾਤੀਆਂ ਕੀਤੀਆਂ। ਉਸ ਵੱਲੋਂ ਟੈਕਸ ਵਸੂਲੀ ਦੇ ਦਮਨਕਾਰੀ ਢੰਗ ਨਾਲ ਉਸਨੇ ਟੈਕਸ ਵਸੂਲ ਕੀਤਾ, ਜਿਸ ਕਰਕੇ ਲੋਕ ਉਸ ਦੇ ਖਿਲਾਫ ਹੋ ਗਏ। ਟੈਕਸ ਵਸੂਲੀ ਦੇ ਦਮਨਕਾਰੀ ਢੰਗ ਨਾਲ ਲੋਕਾਂ ਵਿੱਚ ਰੋਸ ਸੀ। ਲੋਕ ਪਸੰਦ ਨਹੀਂ ਸੀ ਕਰ ਰਹੇ ਵੀ ਇੰਨਾ ਖਤਰਨਾਕ ਢੰਗ ਨਾਲ, ਦਮਨਕਾਰੀ ਢੰਗ ਨਾਲ ਸਾਡੇ ਕੋਲੋਂ ਟੈਕਸ ਲਿਆ ਜਾਂਦਾ ਆ। ਤਾਂ ਇਸ ਰੋਸ ਦਾ ਫਾਇਦਾ ਉਠਾਇਆ ਬਾਅਦ ਵਿੱਚ ਚੰਦਰਗੁਪਤ ਮੌਰਿਆ ਤੇ ਚਾਣਕਿਆ ਨੇ ਮਿਲ ਕੇ। ਇਸ ਦਾ ਫਾਇਦਾ ਉਠਾਉਂਦੇ ਹੋਏ ਚੰਦਰਗੁਪਤ ਮੌਰਿਆ ਅਤੇ ਕੌਟਿਲਿਆ ਨੇ ਨੰਦਾ ਸ਼ਾਸਨ ਦੇ ਖਿਲਾਫ ਇੱਕ ਲਹਿਰ ਸ਼ੁਰੂ ਕਰ ਦਿੱਤੀ। ਤੇ ਬਾਅਦ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ, ਅਸੀਂ ਦੇਖਾਂਗੇ। ਸਾਨੂੰ ਥੋੜ੍ਹੀ ਬਹੁਤ ਹਿਸਟਰੀ ਪਹਿਲਾਂ ਵੀ ਤੁਹਾਨੂੰ ਪਤਾ ਹੋਣੀ ਆ ਕਿ ਚਾਣਕਿਆ ਦੀ ਆਪਣੀ ਨੀਤੀ ਦੇ ਸਦਕਾ ਬਾਅਦ ਵਿੱਚ ਚੰਦਰਗੁਪਤ ਮੌਰਿਆ ਰਾਜਾ ਬਣਿਆ ਸੀ। ਇਹਨਾਂ ਨੇ ਲਹਿਰ ਸ਼ੁਰੂ ਕਰਤੀ ਤੇ ਫਿਰ ਡਿਊ ਕੋਰਸ ਆਫ ਟਾਈਮ ਸਮਰਾਟ ਬਣ ਗਿਆ ਚੰਦਰਗੁਪਤ ਮੌਰਿਆ। ਇਸ ਸਮੇਂ ਦੌਰਾਨ ਹੀ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਸੀ। ਠੀਕ ਹੈ, ਧਨਾਨੰਦ ਦੇ ਟਾਈਮ ਤੇ ਹੀ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਸੀ। ਠੀਕ, ਇਸ ਤੋਂ ਅੱਗੇ ਅਸੀਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।